स्वागत करते हैं जी एक बार फिर आप सब ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ ਮੇਰੇ ਨਾਲ ਸਾਥ ਦੇਣਗੇ ਗਿਆਨੀ ਸ਼ਰਨਜੀਤ ਸਿੰਘ ਜੀ ਜਿਹੜੇ ਸਾਡੇ ਮਹਿਮਾਨ ਹਨ ਗੁਰਦੁਆਰਾ ਬਰੁਕਸਾਈਡ ਸਾਹਿਬ ਸਰੀ ਤੋਂ। ਓਂਕਾਰ ਬਾਣੀ ਦੀ ਸੀਰੀਜ਼ ਜੋ ਅਸੀਂ ਸ਼ੁਰੂ ਕੀਤੀ ਉਸ ਵਿੱਚ ਗੁਰੂ ਨਾਨਕ ਦੇਵ ਜੀ ਕੀ ਉਪਦੇਸ਼ ਕਰਦੇ ਨੇ ਉਸ ਨੂੰ ਮੁੱਖ ਰੱਖ ਕੇ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਤੇ ਖਾਸ ਤੌਰ ਉੱਤੇ ਜੋ ਬਾਣੀ 'ਚ ਲਿਖਿਆ ਗਿਆ ਹੈ ਉਸ ਨੂੰ ਕਿਵੇਂ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ ਇਸ 'ਤੇ ਫੋਕਸ ਕੀਤਾ ਜਾਂਦਾ ਹੈ। ਸੋ ਤੀਸਰੀ ਪੌੜੀ ਤੱਕ ਅਸੀਂ ਪਹੁੰਚ ਚੁੱਕੇ ਹਾਂ। ਅੱਗੇ ਗੁਰੂ ਸਾਹਿਬ ਕੀ ਉਪਦੇਸ਼ ਕਰ ਰਹੇ ਨੇ ਆਓ ਜਾਣਕਾਰੀ ਲੈਣੇ ਗਿਆਨੀ ਸ਼ਰਨਜੀਤ ਸਿੰਘ ਜੀ ਤੋਂ। ਗਿਆਨੀ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗੁਰੂ ਸਾਹਿਬ ਜਿੱਥੇ ਇਸ ਬਾਣੀ ਦੇ ਵਿੱਚ ਖੰਡਨ ਕਰ ਰਹੇ ਨੇ ਕਰਮ ਕਾਂਡ ਦਾ ਤੇ ਸਾਨੂੰ ਕਹਿ ਰਹੇ ਨੇ ਕਿ ਡਾਇਰੈਕਟ ਸਾਡਾ ਪਰਮਾਤਮਾ ਨਾਲ ਸੰਬੰਧ ਹੋਣਾ ਚਾਹੀਦਾ ਹੈ ਜੀ। ਉਸ ਮੁਤਲਕ ਅੱਗੇ ਚੌਥੀ ਪੌੜੀ ਦੇ ਵਿੱਚ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਨੇ ਜੀ। ਚੌਥੀ ਪੌੜੀ ਦੇ ਵਿੱਚ ਸਤਿਗੁਰੂ ਦਾ ਵਚਨ ਹੈ, ਗਿਆਨ ਗਵਾਇਆ ਦੂਜਾ ਪਾਇਆ ਗਰਭ ਗਲੇ ਬਿਖਾਇਆ ਗੁਰ ਰਸ ਗੀਤ ਬਾਦ ਨਹੀਂ ਪਾਵੈ ਸੁਣੀਏ ਗਹਿਰ ਗੰਭੀਰ ਗਵਾਇਆ। ਸਤਿਗੁਰੂ ਜੀ ਇਸ ਪੌੜੀ ਵਿੱਚ ਕਿਰਪਾ ਕਰਦੇ ਨੇ ਕਿ ਜਿਸ ਮਨੁੱਖ ਨੇ ਇਹ ਗੰਗੇ ਅੱਖਰ ਦੇ ਨਾਲ ਹੈ ਜੀ, ਜਿਸ ਨੇ ਪਰਮਾਤਮਾ ਦਾ ਗਿਆਨ ਗਵਾ ਦਿੱਤਾ ਹੈ, ਜੋ ਗੁਰੂ ਦਾ ਉਪਦੇਸ਼ ਹੈ ਉਸ ਨੂੰ ਹਿਰਦੇ ਵਿੱਚ ਨਹੀਂ ਵਸਾਇਆ, ਗੁਰੂ ਦੀ ਸਿੱਖਿਆ ਦੇ ਅਨੁਸਾਰ ਨਹੀਂ ਚੱਲਦਾ, ਦੂਜਾ ਪਾਇਆ ਜਿਸ ਨੂੰ ਹੋਰ ਦੁਐਤ ਮਾਇਆ ਵਿਕਾਰ ਪਾਉਂਦੇ ਨੇ ਚੰਗੇ ਲੱਗਦੇ ਨੇ ਜੀ, ਗਰਭ ਗਲੇ ਬਿਖ ਖਾਇਆ। ਇੰਜ ਜਾਣੋ ਗੁਰੂ ਦਾ ਗਿਆਨ ਗਵਾ ਕੇ ਗੁਰੂ ਦਾ ਉਪਦੇਸ਼ ਭੁਲਾ ਕੇ ਮਨੁੱਖ ਦੁਐਤ ਵਿੱਚ ਪੈ ਕੇ ਗਰਭ ਗਲੇ ਆਤਮਿਕ ਮੌਤ ਦੇਣ ਵਾਲਾ ਜੋ ਅਹੰਕਾਰ ਹੈ ਉਹ ਅਹੰਕਾਰ ਰੂਪੀ ਜ਼ਹਿਰ ਖਾ ਰਿਹਾ ਹੈ ਤੇ ਹਉਮੈ ਵਿੱਚ ਸੜ ਰਿਹਾ ਹੈ, ਗਲ ਰਿਹਾ ਹੈ ਜੀ, ਜਿਸ ਨੂੰ ਗੁਰੂ ਦਾ ਉਪਦੇਸ਼ ਨਹੀਂ ਪਾਇਆ। ਤੇ ਪਾਵਨ ਬਾਣੀ 'ਚ ਬੜਾ ਪਿਆਰਾ ਬਚਨ ਭਗਤ ਕਬੀਰ ਜੀ ਦਾ ਕਹਿਣ ਲੱਗੇ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗ ਗਈ ਜੋ ਬਾਂਸ ਬਜਾਈਏ ਫੂਕ ਜੀ। ਕਹਿਣ ਲੱਗੇ ਮਨੁੱਖ ਦੀ ਹਾਲਤ ਐਸੀ ਹੈ ਕਿ ਗੁਰੂ ਦਾ ਉਪਦੇਸ਼ ਸੁਣਦਾ ਹੈ ਪਰ ਉਸ ਤੇ ਅਮਲ ਨਹੀਂ ਕਰਦਾ। ਇੱਕ ਕੰਨ ਤੋਂ ਸੁਣਦਾ ਦੂਜੇ ਕੰਨ ਤੋਂ ਬਾਹਰ ਕੱਢ ਦਿੰਦਾ ਹੈ ਤੇ ਜਦੋਂ ਉਸ ਤੇ ਅਮਲ ਨਹੀਂ ਕਰਦਾ ਇਹਦੇ ਵਿੱਚ ਗੁਰੂ ਦਾ ਕੋਈ ਦੋਸ਼ ਨਹੀਂ ਹੈ। ਦੋਸ਼ ਉਸ ਮਨੁੱਖ ਦਾ ਹੈ ਜੋ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾ ਰਿਹਾ ਤੇ ਹਉਮੈ ਦੇ ਮਾਇਆ ਦੇ ਅਧੀਨ ਹੋ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ ਹੈ। ਇਹ ਹਾਲਤ ਅੱਜ ਹਰ ਮਨੁੱਖ ਦੀ, ਸਿੱਖ ਦੀ ਵੀ ਹੈ ਕਿ ਗੁਰੂ ਦੇ ਉਪਦੇਸ਼ ਦੇ ਵੱਲ ਉਹਦੇ ਕੋਈ ਧਿਆਨ ਨਹੀਂ ਤੇ ਇਸ ਤਰ੍ਹਾਂ ਵਿਕਾਰਾਂ 'ਚ ਪਿਆ ਹੋਇਆ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ ਹੈ। ਕਹਿੰਦੇ ਹਾਲਤ ਕੈਸੀ ਮਨੁੱਖ ਦੀ, ਗੁਰ ਰਸ ਗੀਤ ਬਾਦ ਨਹੀਂ ਪਾਵੈ ਸੁਣੀਏ ਗਹਿਰ ਗੰਭੀਰ ਗਵਾਇਆ ਜੀ। ਕਹਿਣ ਲੱਗੇ ਗੁਰ ਰਸ ਗੀਤ ਦਾ ਭਾਵ ਹੈ, ਗੀਤ ਦਾ ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼। ਗੁਰੂ ਦੀ ਬਾਣੀ ਦਾ ਉਪਦੇਸ਼ ਉਸ ਦਾ ਰਸ ਮਨੁੱਖ ਨੂੰ ਚੰਗਾ ਨਹੀਂ ਲੱਗਦਾ ਜੀ। ਬਾਦ ਕਥਨ ਗੁਰੂ ਦਾ ਕਥਨ ਗੁਰੂ ਦਾ ਉਪਦੇਸ਼ ਨਹੀਂ ਪਾਉਂਦਾ, ਨਹੀਂ ਪਾਵੇ, ਨਹੀਂ ਚੰਗਾ ਲੱਗਦਾ। ਸੁਣੀਏ ਨਾ ਇਹਨੂੰ ਸੁਣਨਾ ਚੰਗਾ ਲੱਗਦਾ ਨਾ ਇਸ ਨੂੰ ਗਾਉਣਾ ਚੰਗਾ ਲੱਗਦਾ। ਇਹਦਾ ਰਸ ਸਿਫਤ ਸਲਾਹ ਦਾ ਰਸ ਮਨੁੱਖ ਨੂੰ ਨਹੀਂ ਪਾਉਂਦਾ। ਗਹਿਰ ਗੰਭੀਰ ਗਵਾਇਆ ਉਹ ਪਰਮੇਸ਼ਰ ਜੋ ਬੇਅੰਤ ਗੁਣਾ ਦਾ ਮਾਲਕ ਹੈ ਜੀ, ਜੋ ਪਰਮੇਸ਼ਰ ਅਤ ਡੂੰਘਾ ਹੈ, ਉਸ ਪਰਮਾਤਮਾ ਨੂੰ ਆਪਣੇ ਮਨ ਵਿੱਚੋਂ ਮਨੁੱਖ ਨੇ ਵਿਸਾਰ ਦਿੱਤਾ। ਜੇ ਉਸ ਪਰਮੇਸ਼ਰ ਨੂੰ ਮਨੁੱਖ ਨੇ ਵਿਸਾਰ ਦਿੱਤਾ ਤਾਂ ਜੀਵਨ ਵਿੱਚ ਸੁੱਖ ਕਿੱਥੋਂ ਆਏਗਾ, ਵਹਿਮਾਂ ਭਰਮਾਂ ਤੋਂ ਮਨੁੱਖ ਕਿਵੇਂ ਬਚੇਗਾ? ਕਿਉਂਕਿ ਪਰਮਾਤਮਾ ਦਾ ਨਾਮ ਹੀ, ਪਰਮੇਸ਼ਰ ਦੀ ਯਾਦ ਹੀ ਸਭ ਤੋਂ ਵੱਡਾ ਸੁੱਖ ਹੈ। ਕਹਿਣ ਲੱਗੇ ਜਿਸ ਮਨੁੱਖ ਨੇ ਅੱਗੇ ਦੂਜੇ ਮਨੁੱਖ ਦੀ ਅਵਸਥਾ ਜੋ ਗੁਰਮੁਖ ਹੈ, ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨ ਸਾਚ ਸੁਖਾਇਆ। ਹੇ ਭਾਈ, ਜਿਸ ਮਨੁੱਖ ਨੇ ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਸੱਚ ਕਹਿਆ ਦਾ ਭਾਵ ਹੈ ਪਰਮਾਤਮਾ ਦੇ ਨਾਮ ਦਾ ਆਸਰਾ ਲਿਆ, ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਜਿਸ ਨੇ ਪਰਮਾਤਮਾ ਦਾ ਸਿਮਰਨ ਕੀਤਾ, ਪਰਮੇਸ਼ਰ ਦੇ ਗੁਣਾਂ ਨੂੰ ਮਨ ਵਿੱਚ ਵਸਾ ਲਿਆ, ਇੰਜ ਜਾਣੋ ਉਸ ਮਨੁੱਖ ਨੇ ਪਰਮਾਤਮਾ ਦਾ ਸਦਾ ਰਹਿਣ ਵਾਲਾ ਅੰਮ੍ਰਿਤ ਨਾਮ ਪ੍ਰਾਪਤ ਕਰ ਲਿਆ। ਜੋ ਮਨੁੱਖ ਨੂੰ ਸ਼ੁਭ ਗੁਣਾਂ ਦੇ ਨਾਲ ਸਿੰਜਦਾ ਹੈ ਉਹ ਨਾਮ ਅੰਮ੍ਰਿਤ ਪ੍ਰਾਪਤ ਕਰ ਲਿਆ। ਮਨ ਤਨ ਸਾਚ ਸੁਖਾਇਆ, ਉਸ ਮਨੁੱਖ ਦੇ ਮਨ ਨੂੰ, ਉਸ ਦੇ ਤਨ ਨੂੰ, ਉਹਦੇ ਜੀਵਨ ਨੂੰ ਸਦਾ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ, ਸੁਖਾਉਂਦਾ ਹੈ, ਭਾਉਂਦਾ ਚੰਗਾ ਲੱਗਦਾ ਹੈ, ਜਿਸ ਨੇ ਗੁਰੂ ਦੀ ਮੱਤ ਲੈ ਲਈ ਤੇ ਗੁਰੂ ਦੇ ਉਪਦੇਸ਼ ਦੇ ਅਨੁਸਾਰ ਜੀਵਨ ਜੀ ਰਿਹਾ ਹੈ। ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪਿਆਇਆ। ਕਹਿਣ ਲੱਗਾ ਇਹ ਭਾਈ, ਇਹ ਪਰਮਾਤਮਾ ਦਾ ਨਾਮ ਉਸ ਮਾਲਕ ਦੀ ਆਪ ਦੀ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਆਪੇ ਗੁਰਮੁਖ ਆਪੇ ਦੇਵੈ
ਆਪੇ ਅੰਮ੍ਰਿਤ ਪਿਆਇਆ। ਕਹਿਣ ਲੱਗੇ ਪਰਮੇਸ਼ਰ ਆਪ ਹੀ ਮਨੁੱਖ ਨੂੰ ਗੁਰੂ ਦੇ ਸਨਮੁਖ ਰੱਖ ਕੇ, ਆਪ ਹੀ ਗੁਰੂ ਦੀ ਦਾਤ ਬਖਸ਼ਿਸ਼ ਕਰਕੇ, ਆਪ ਹੀ ਆਪਣੇ ਨਾਮ ਦੀ ਦਾਤ ਦਿੰਦਾ ਹੈ ਤੇ ਆਪ ਹੀ ਮਨੁੱਖ ਨੂੰ ਨਾਮ ਅੰਮ੍ਰਿਤ ਜਲ ਪਿਲਾਉਂਦਾ ਹੈ। ਪਾਵਨ ਬਚਨ ਨੇ ਸਤਿਗੁਰੂ ਦੇ, ਗੁਰ ਪੂਰਾ ਭੇਟਿਓ ਵਡ ਭਾਗੀ, ਮਨਹਿ ਭਇਆ ਪਰਗਾਸਾ, ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰੂ ਦੀ ਸ਼ਰਨ ਵਿੱਚ ਆ ਕੇ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਸਦਾ ਰਹਿਣ ਵਾਲਾ ਪਰਮੇਸ਼ਰ ਜੋ ਮੇਰਾ ਸਦਾ ਦਾ ਸਾਥੀ ਹੈ, ਉਹ ਮਾਲਕ ਮੇਰਾ ਆਪਣਾ ਹੈ, ਮੈਂ ਉਸ ਦਾ ਬਣ ਗਿਆ ਹਾਂ। ਇਸ ਗੱਲ ਦੀ ਸਮਝ, ਇਹ ਵਿਸ਼ਵਾਸ ਮਨੁੱਖ ਨੂੰ ਤਾਂ ਹੁੰਦਾ ਹੈ ਜੇ ਪੂਰੇ ਗੁਰੂ ਦੀ ਸ਼ਰਨ ਵਿੱਚ ਰਹੇ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰ ਲਏ। ਪੂਰੇ ਗੁਰੂ ਦੀ ਸ਼ਰਨ ਦੀ ਜਦੋਂ ਤੁਸੀਂ ਗੱਲ ਕਰਦੇ ਹੈਗੇ ਜੀ ਭਾਈ ਸਾਹਿਬ, ਇੱਥੇ ਥੋੜ੍ਹਾ ਜਿਹਾ ਚਾਨਣਾ ਪਾਓ, ਕਿਉਂਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਜੀ ਕਿ ਗੁਰੂ ਦੀ ਸ਼ਰਨ ਵਿੱਚ ਰਹਿਣ ਦਾ ਕੀ ਮਤਲਬ ਹੈ, ਕਿ ਗੁਰੂ ਦੀ ਬਾਣੀ ਨੂੰ ਪੜ੍ਹ ਲੈਣਾ ਕੀ ਇਹ ਗੁਰੂ ਦੇ ਸ਼ਰਨ ਵਿੱਚ ਹੈ, ਗੁਰਦੁਆਰੇ ਚੱਲਣਾ ਕੀ ਇਹ ਗੁਰੂ ਦੇ ਸ਼ਰਨ ਹੈ, ਜਾਂ ਇਸ ਤੋਂ ਗੁਰੂ ਸਾਹਿਬ ਹੋਰ ਕੁਝ ਮਾਇਨਾ ਰੱਖਦੇ ਨੇ? ਜੀ, ਗੁਰੂ ਦੀ ਸ਼ਰਨ ਦਾ ਭਾਵ ਹੈ ਗੁਰੂ ਦੇ ਉਪਦੇਸ਼ ਨੂੰ ਹਰ ਵੇਲੇ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣਾ। ਠੀਕ। ਕਿਸੇ ਜਦੋਂ ਆਪਾਂ ਗੁਰਦੁਆਰੇ ਜਾਂਦੇ ਹਾਂ ਤਾਂ ਉੱਥੇ ਜਾ ਕੇ ਵੀ ਸਾਨੂੰ ਗੁਰੂ ਦਾ ਉਪਦੇਸ਼ ਮਿਲਦਾ ਹੈ, ਪਰ ਜੇ ਅਸੀਂ ਉੱਥੇ ਉਪਦੇਸ਼ ਲੈਣ ਜਾ ਰਹੇ ਹਾਂ ਤਾਂ ਜੇ ਕੇਵਲ ਦਿਖਾਵੇ ਵਾਸਤੇ ਜਾਣ ਫਿਰ ਹੋਰ ਗੱਲ ਹੈ। ਗੁਰੂ ਦੀ ਸ਼ਰਨ ਹੈ ਆਪਣੀ ਮੈਂ ਨੂੰ ਤਿਆਗ ਕੇ, ਮੈਂ ਮੇਰੇ ਨੂੰ ਛੱਡ ਕੇ, ਆਪਣੀ ਮਤ ਨੂੰ ਤਿਆਗ ਕੇ, ਗੁਰੂ ਦੀ ਮਤ ਲੈ ਕੇ ਉਸ ਦੇ ਅਨੁਸਾਰ ਜੀਵਨ ਜੀਣਾ। ਫਿਰ ਗੁਰੂ ਦੀ ਸ਼ਰਨ ਕੇਵਲ ਕਿਸੇ ਗੁਰਦੁਆਰੇ ਵਿੱਚ ਬੈਠ ਕੇ, ਕਿਸੇ ਧਾਰਮਿਕ ਮੰਦਰ ਵਿੱਚ ਬੈਠ ਕੇ ਨਹੀਂ। ਗੁਰੂ ਦੀ ਸ਼ਰਨ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਜਾਂ ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਜਿੱਥੇ ਵੀ ਰਹੇ ਹਰ ਵੇਲੇ ਪਰਮੇਸ਼ਰ ਦਾ, ਗੁਰੂ ਦਾ ਭੈ ਰਹੇ, ਇਹ ਹੈ ਗੁਰੂ ਦੀ ਸ਼ਰਨ। ਆਪਣਾ ਆਪਾ ਤਿਆਗ ਕੇ, ਮੈਂ ਮੇਰੀ ਵਿਸਾਰ ਕੇ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰਨਾ ਹੀ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ। ਕਹਿਣ ਲੱਗੇ ਜਿਸ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤ ਪਾਈ, ਉਹ ਮਨੁੱਖ ਫਿਰ ਭਰਮਾਂ ਨੂੰ, ਕਰਮਕਾਂਡਾਂ ਨੂੰ, ਮੂਰਤੀ ਪੂਜਾ ਆਦਿਕ ਨੂੰ, ਜਿੰਨੇ ਵੀ ਦਿਖਾਵੇ ਦੇ ਕਰਮਕਾਂਡ ਮਨੁੱਖ ਕਰ ਰਿਹਾ ਹੈ, ਉਹਨਾਂ ਨੂੰ ਤਿਆਗ ਕੇ ਇੱਕ ਨਿਰੰਕਾਰ ਦੇ ਨਾਮ ਦਾ ਰਸ ਪ੍ਰਾਪਤ ਕਰਦਾ ਹੈ, ਜਿਹਦੇ ਕਰਕੇ ਦੁਨੀਆ ਦੇ ਹੋਰ ਸਾਰੇ ਹੋਛੇ ਰਸ ਵਿਸਰ ਜਾਂਦੇ ਹਨ। ਰਾਮ ਰਸ ਪੀਆ ਰੇ, ਜੇ ਰਸ ਵਿਸਰ ਗਏ ਰਸ ਹੋਰ ਸਾਰੇ ਰਸ ਭੁੱਲ ਜਾਂਦੇ ਨੇ। ਪਰਮਾਤਮਾ ਦੇ ਨਾਮ ਦਾ ਰਸ ਪਰਮਾਤਮਾ ਦੇ ਪਿਆਰਿਆਂ ਨੂੰ ਸਭ ਤੋਂ ਮਿੱਠਾ ਲੱਗਦਾ ਹੈ। ਕਹਿਣ ਲੱਗੇ ਭਗਤਨ ਅਵਰ ਨ ਕਾਹੂ ਜਾਨੀ, ਪਰਮੇਸ਼ਰ ਦੇ ਪਿਆਰੇ ਕਿਸੇ ਹੋਰ ਦੇ ਨਾਲ ਡੂੰਗੀ ਸਾਂਝ ਨਹੀਂ ਬਣਾਉਂਦੇ, ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਹੀ ਸਭ ਤੋਂ ਸ੍ਰੇਸ਼ਟ, ਸਭ ਤੋਂ ਮਿੱਠਾ ਰਸ ਲੱਗਦਾ ਹੈ, ਜਿਹਦੇ ਨਾਲ ਉਹਨਾਂ ਦੇ ਜੀਵਨ ਵਿੱਚ ਸਦਾ ਸੁਖ ਬਣਿਆ ਰਹਿੰਦਾ ਹੈ। ਵੈਸੇ ਬਾਣੀ ਡਾਇਰੈਕਸ਼ਨ ਦਿੰਦੀ ਹੈ, ਜਿਸ ਤਰ੍ਹਾਂ ਜੋ ਤੁਸੀਂ ਕਹਿ ਰਹੇ ਹੋ, ਜੋ ਪੜ੍ਹ ਰਹੇ ਹਾਂ ਅਸੀਂ ਓਂਕਾਰ ਬਾਣੀ, ਬਾਕੀ ਬਾਣੀ 'ਚ ਵੀ ਸਾਨੂੰ ਇਹੀ ਉਪਦੇਸ਼ ਮਿਲਦਾ ਹੈ। ਜਿਸ ਤਰ੍ਹਾਂ ਅਸੀਂ ਸੜਕ 'ਤੇ ਜਾਂਦੇ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ, ਲਾਲ ਬੱਤੀ ਜਦੋਂ ਹੁੰਦੀ ਅਸੀਂ ਰੁਕ ਜਾਂਦੇ ਹਾਂ, ਹਰੀ ਹੁੰਦੀ ਅਸੀਂ ਚੱਲ ਪੈਂਦੇ, ਇੱਕ ਡਾਇਰੈਕਸ਼ਨ ਹੈਗੀ ਹੈ। ਬਿਲਕੁਲ ਜੀ। ਸਿਮਿਲਰਲੀ ਬਾਣੀ ਵੀ ਇੱਕ ਡਾਇਰੈਕਸ਼ਨ ਹੈਗੀ ਹੈ। ਸੜਕ 'ਤੇ ਤਾਂ ਅਸੀਂ ਉਹ ਕਾਨੂੰਨ ਤਾਂ ਫੋਲੋ ਕਰ ਰਹੇ ਹਾਂ, ਪਰ ਇਹ ਕਾਨੂੰਨ ਜਿਹੜੇ ਸਾਨੂੰ ਜੀਵਨ ਦੇ ਕਾਨੂੰਨ ਦੱਸੇ ਗਏ ਨੇ, ਇਹਨਾਂ ਨੂੰ ਫੋਲੋ ਕਰਨ ਵਿੱਚ ਕਿਉਂ ਅਸੀਂ ਸਮਰਥ ਹਾਂ, ਕਿਉਂ ਸਾਨੂੰ ਸਮਝ ਨਹੀਂ ਆਉਂਦੀ, ਤਾਂ ਅਸੀਂ ਇਹਨਾਂ ਕਾਨੂੰਨਾਂ ਨੂੰ ਸਿਰਫ ਮੱਥੇ ਟੇਕਦੇ ਹਾਂ, ਬਲਕਿ ਇਹਨਾਂ 'ਤੇ ਚੱਲਦੇ ਨਹੀਂ ਗਏ। ਤੁਹਾਡਾ ਕੀ ਇਹਦੇ ਬਾਰੇ ਕਹਿਣਾ ਹੈ? ਇਹ ਜਿਹੜੇ ਐਕਚੁਅਲੀ ਸਾਨੂੰ ਪਤਾ ਇਸ ਗੱਲ ਦਾ, ਮਨੁੱਖ ਜੋ ਦੇਖਦਾ ਉਹੀ ਕਰਦਾ ਹੈ। ਜੋ ਇਹਨੂੰ ਲੱਗਦਾ ਕਿ ਮੇਰੇ ਸਾਹਮਣੇ ਉਹ ਗੱਲ ਤੇ ਯਕੀਨ ਕਰਦਾ, ਜੋ ਹੁਣ ਜੋ ਨਜ਼ਰ ਨਹੀਂ ਆਉਂਦਾ ਉਹ ਤੇ ਯਕੀਨ ਨਹੀਂ ਕਰਦਾ। ਹੁਣ ਜੇ ਇਹਨੂੰ ਪਤਾ ਕਿ ਜੇ ਸੜਕ ਤੇ ਮੈਂ ਲਾਲ ਬੱਤੀ ਕ੍ਰੋਸ ਕਰਾਂਗਾ ਤਾਂ $150 ਦਾ $300 ਦਾ ਟਿਕਟ ਆ ਜਾਣਾ ਨਾਲ, ਪਰ ਇਹ ਤਾਂ ਇਹਨੂੰ ਨਜ਼ਰ ਆ ਰਿਹਾ ਕਿ ਇਹਦਾ ਮੈਨੂੰ ਨੁਕਸਾਨ ਹੋਣਾ ਹੈ। ਪਰ ਜੋ ਡਾਇਰੈਕਸ਼ਨ ਗੁਰੂ ਬਾਣੀ ਵਿੱਚ ਦਿੱਤੇ ਗਏ ਨੇ, ਜੋ ਉਪਦੇਸ਼ ਗੁਰਬਾਣੀ ਨਿਸ਼ਾਨ ਦਿੱਤੇ ਗਏ ਨੇ, ਉਹਨਾਂ ਨੂੰ ਤੋੜ ਕੇ ਜੋ ਇਹਨੂੰ ਦੁੱਖ ਮਿਲਣਾ ਉਹਦਾ ਇਹਨੂੰ ਅੰਦਾਜ਼ਾ ਨਹੀਂ ਹੈ, ਤੇ ਉਹਨਾਂ ਨੂੰ ਫੋਲੋ ਕਰਕੇ ਜੋ ਸੁੱਖ ਮਿਲਣਾ ਉਹਦਾ ਵੀ ਇਹਨਾਂ ਨੂੰ ਅੰਦਾਜ਼ਾ ਨਹੀਂ ਹੈ। ਜੇ ਮਨੁੱਖ ਨੂੰ ਪਤਾ ਲੱਗ ਜਾਏ ਕਿ ਗੁਰੂ ਦੇ ਦਰਸਾਏ ਹੋਏ ਜੋ ਨਿਯਮ ਨੇ, ਉਪਦੇਸ਼ ਨੇ, ਉਹਨਾਂ ਦੇ ਅਨੁਸਾਰ ਮੈਂ ਚੱਲਾਂ, ਉਹਦੇ ਨਾਲ ਮੈਨੂੰ ਕਿੰਨਾ ਸੁੱਖ ਮਿਲਣਾ, ਜੇ ਉਹਨਾਂ ਤੋਂ ਮੈਂ ਉਲਟ ਜਾਵਾਂ ਉਹਦੇ ਨਾਲ ਕਿੰਨਾ ਦੁੱਖ ਮਿਲਣਾ, ਜੇ ਇਸ ਗੱਲ ਦਾ ਅੰਦਾਜ਼ਾ ਮਨੁੱਖ ਨੂੰ ਹੋ ਜਾਏ ਤਾਂ ਮਨੁੱਖ ਫਿਰ ਇਹਨਾਂ ਰੂਲਸ ਨੂੰ ਫੋਲੋ ਕਰ ਸਕੇਗਾ। ਜਿਵੇਂ ਰੈਡ ਲਾਈਟ ਦੇ ਜਾਂ ਰੂਲ ਨੇ ਸੜਕ ਦੇ, ਉਹਨਾਂ ਨੂੰ ਫੋਲੋ ਕਰਦਾ, ਇੱਦਾਂ ਹੀ ਇਹਨਾਂ ਨੂੰ ਵੀ ਫੋਲੋ ਕਰ ਸਕਦਾ ਹੈ, ਜੇ ਮਨੁੱਖ ਸੁਚੇਤ ਹੋ ਜਾਏ ਕਿ ਗੁਰੂ ਦਾ ਉਪਦੇਸ਼ ਮੰਨ ਕੇ ਸੁੱਖ ਕਿੰਨਾ ਮਿਲਦਾ ਤੇ ਉਪਦੇਸ਼ ਨੂੰ ਨਾ ਮੰਨ ਕੇ ਦੁੱਖ ਕਿੰਨਾ ਮਿਲਦਾ। ਜਿਹਨੇ ਜਾਣ ਲਿਆ ਉਹ ਮਨੁੱਖ ਫੋਲੋ ਕਰਨਾ ਸ਼ੁਰੂ ਕਰ ਸਕਦਾ ਹੈ। ਅੱਗੇ ਗੁਰੂ ਸਾਹਿਬ ਕੀ ਕਹਿੰਦੇ ਨੇ ਜੀ? ਅੱਗੇ ਸਤਿਗੁਰੂ ਜੀ 5ਵੀਂ ਪੌੜੀ ਦੇ ਵਿੱਚ ਕਿਰਪਾ ਕਰਦੇ ਨੇ, ਏਕੋ ਏਕ ਕਹੈ ਸਭ ਕੋਈ, ਹੋਮੈ ਗਰਭ ਵਿਆਪੈ, ਅੰਤਰ ਬਾਹਰ ਏਕ ਪਛਾਣ, ਇਉਂ ਘਰ ਮਹਿਲ ਸਿਆਪੈ। ਕਹਿਣ ਲੱਗੇ ਉਂਝ ਤਾਂ ਸਾਰੇ ਹੀ ਲੋਕ ਕਹਿੰਦੇ ਨੇ ਕਿ ਪਰਮਾਤਮਾ ਇੱਕ ਹੀ ਹੈ ਜੋ ਸਾਰੇ ਸੰਸਾਰ ਵਿੱਚ ਵਿਆਪਕ ਹੈ, ਕਹਿਣ ਨੂੰ, ਕੇਵਲ ਕਹਿਣ ਮਾਤਰ, ਮੂੰਹ ਦੇ ਨਾਲ। ਏਕੋ ਏਕ ਕਹੈ ਸਭ ਕੋਈ, ਸਾਰੇ ਹੀ ਆਖਦੇ ਨੇ, ਪਰ
ਹੈ ਕੀ ਅਸਲ ਵਿੱਚ? ਹਉਮੈ ਗਰਭ ਵਿਆਪੈ। ਮਨੁੱਖ ਦੇ ਹਿਰਦੇ ਵਿੱਚ ਜਿੱਥੇ ਪ੍ਰਮਾਤਮਾ ਦਾ ਨਾਮ ਲਿਖਣਾ ਸੀ, ਜਿੱਥੇ ਪਰਮੇਸ਼ਰ ਦੇ ਨਾਮ ਦਾ ਪ੍ਰਭਾਵ ਪੈਣਾ ਸੀ, ਉੱਥੇ ਮਨੁੱਖ ਦੇ ਇਸ ਮਨ ਦੇ ਉੱਤੇ ਹਉਮੈ ਦਾ, ਅਹੰਕਾਰ ਦਾ, ਅਗਿਆਨਤਾ ਦਾ ਪ੍ਰਭਾਵ ਪਿਆ ਹੋਇਆ ਹੈ। ਕੇਵਲ ਮੂੰਹ ਦੇ ਨਾਲ ਕਹਿ ਰਿਹਾ ਹੈ, ਪਰ ਮਨੁੱਖ ਮੰਨ ਨਹੀਂ ਰਿਹਾ। ਜੇ ਮੰਨ ਲਏ ਤਾਂ ਸੁਖੀ ਹੋ ਸਕਦਾ, ਜੇ ਨਹੀਂ ਮੰਨਦਾ ਤਾਂ ਇਹਨਾਂ ਦੁੱਖਾਂ ਵਿੱਚ ਮਨੁੱਖ ਪਿਆ ਹੋਇਆ ਹੈ। ਏਕੋ ਏਕ ਕਹੈ ਸਭ ਕੋਈ, ਹਉਮੈ ਗਰਭ ਵਿਆਪੈ। ਅੰਤਰ ਬਾਹਰ ਏਕ ਪਛਾਣੈ, ਇਉਂ ਘਰ ਮਹਿਲ ਸਿੰਜਾਪੈ। ਜੇ ਕੋਈ ਮਨੁੱਖ ਗੁਰੂ ਦੀ ਮੱਤ ਲੈ ਕੇ ਆਪਣੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਲਿਖ ਲਏ ਤੇ ਇਹ ਗੱਲ ਜਾਣ ਲਏ ਕਿ ਹਰ ਥਾਂ ਤੇ ਅੰਦਰ ਵੀ ਤੇ ਬਾਹਰ ਵੀ, ਸਾਰੀ ਸ੍ਰਿਸ਼ਟੀ 'ਚ ਮੇਰੇ ਅੰਦਰ ਵੀ ਤੇ ਇਸ ਸ੍ਰਿਸ਼ਟੀ ਵਿੱਚ ਸਾਰੀਆਂ ਥਾਵਾਂ ਤੇ ਇੱਕ ਪਰਮੇਸ਼ਰ ਵਸਿਆ ਹੋਇਆ ਹੈ, ਇੱਕ ਪਰਮੇਸ਼ਰ ਪਸਰਿਆ ਹੋਇਆ ਹੈ, ਉਹਦੇ ਨਾਲ ਡੂੰਘੀ ਸਾਂਝ ਬਣਾ ਲਏ ਤਾਂ ਮਨੁੱਖ ਉਸ ਪਰਮੇਸ਼ਰ ਦਾ ਜੋ ਅਸਲੀ ਠਿਕਾਣਾ ਹੈ ਉਹਨੂੰ ਸਮਝ ਸਕਦਾ, ਪਛਾਣ ਸਕਦਾ ਹੈ। ਕੇਵਲ ਨਿਰਾ ਦਿਖਾਵੇ ਦੇ ਨਾਲ ਨਹੀਂ, ਪਰ ਗੁਰੂ ਦਾ ਉਪਦੇਸ਼ ਮੰਨ ਕੇ ਮਨੁੱਖ ਇਸ ਗੱਲ ਨੂੰ ਜਾਣ ਸਕਦਾ ਹੈ, ਹਉਮੈ ਅਹੰਕਾਰ ਤੋਂ ਬਚ ਸਕਦਾ ਹੈ। ਜੀ ਬਿਲਕੁਲ ਭਾਈ ਸਾਹਿਬ ਸਹੀ ਫਰਮਾਇਆ ਕਿ ਕਿਸ ਤਰ੍ਹਾਂ ਅਸੀਂ ਇਹ ਅਡੰਬਰਾਂ ਚੋਂ ਬਾਹਰ ਨਿਕਲ ਕੇ ਗੁਰੂ ਦੇ ਸੰਦੇਸ਼ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ। ਇਹੀ ਮਕਸਦ ਹੈ ਬਾਣੀ ਦਾ। ਹੋਰ ਜਾਣਕਾਰੀ ਲੈਣੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਸੋ ਬ੍ਰੇਕ ਤੋਂ ਪਹਿਲਾਂ ਗਿਆਨੀ ਸ਼ਰਨਜੀਤ ਸਿੰਘ ਜੀ ਪੰਜਵੀਂ ਪੌੜੀ ਵਿੱਚ ਓਂਕਾਰ ਬਾਣੀ ਵਿੱਚ ਗੁਰੂ ਸਾਹਿਬ ਕੀ ਉਪਦੇਸ਼ ਕਰ ਰਹੇ ਨੇ ਉਸ ਬਾਰੇ ਸਾਂਝ ਪਾ ਰਹੇ ਸਨ। ਆਓ ਹੋਰ ਜਾਣਕਾਰੀ ਲੈਣੇ। ਜੀ ਗਿਆਨੀ ਜੀ, ਕੀ ਗੁਰੂ ਸਾਹਿਬ ਕਹਿ ਰਹੇ ਨੇ ਜੀ? ਅੰਤਰ ਬਾਹਰ ਏਕ ਪਛਾਣੈ, ਇਉਂ ਘਰ ਮਹਿਲ ਸਿਆਪੈ। ਹੇ ਭਾਈ, ਜੇ ਕੋਈ ਮਨੁੱਖ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਦ੍ਰਿੜ ਕਰਕੇ ਉਸ ਨਿਰੰਕਾਰ ਨੂੰ ਇਸ ਸ੍ਰਿਸ਼ਟੀ 'ਚ ਵਸਦਾ ਹੋਇਆ ਤੇ ਆਪਣੇ ਅੰਦਰ ਸਮਾਇਆ ਜਾਣ ਲਏ ਤੇ ਇਸ ਤਰ੍ਹਾਂ ਹਉਮੈ ਨੂੰ ਦੂਰ ਕਰਕੇ ਪਰਮਾਤਮਾ ਠਿਕਾਣੇ ਨੂੰ ਲੱਭ ਸਕਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਧਨਾਸਰੀ ਰਾਗ ਦੇ ਵਿੱਚ ਜੋ ਮਨੁੱਖ ਅੱਜ ਵੀ ਤੇ ਉਸ ਸਮੇਂ ਵੀ ਪਰਮਾਤਮਾ ਨੂੰ ਜੰਗਲਾਂ ਦੇ ਵਿੱਚ, ਮੰਦਰਾਂ ਵਿੱਚ, ਤੀਰਥਾਂ ਤੇ ਹੋਰ ਥਾਵਾਂ ਜਾ ਕੇ ਲੱਭਦੇ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਬੜਾ ਪਿਆਰਾ ਸਮਝਾਉਂਦੇ ਨੇ, ਭਾਈ ਉਹ ਪਰਮੇਸ਼ਰ ਕਿਤੇ ਦੂਰ ਨਹੀਂ ਹੈ, ਉਹ ਤਾਂ ਤੇਰੇ ਅੰਦਰ ਹੀ ਬੈਠਿਆ ਹੋਇਆ ਹੈ। ਕਾਹੇ ਰੇ ਬੰਦ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਪੂਪ ਮਦ ਜੋ ਬਾਸ ਬਸਤ ਹੈ, ਮੁਕਰ ਮਾਏ ਜੈਸ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟੀ ਖੋਜੋ ਪਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਗੁਰੂ ਦਾ ਉਪਦੇਸ਼ ਇਹ ਗੱਲ ਦ੍ਰਿੜ ਕਰਾਉਂਦਾ, ਭਾਈ ਉਹ ਪਰਮੇਸ਼ਰ ਬਾਹਰ ਇਸ ਪਸਾਰੇ ਵਿੱਚ ਵੀ ਹੈ ਤੇ ਤੇਰੇ ਅੰਦਰ ਵੀ ਸਮਾਇਆ ਹੋਇਆ ਹੈ। ਇਹ ਇਸ ਗੱਲ ਦੀ ਸਮਝ ਗੁਰੂ ਦੇ ਗਿਆਨ ਦੇ ਨਾਲ ਮਿਲਣੀ ਹੈ। ਪਰ ਸਤਿਗੁਰੂ ਆਖਦੇ ਨੇ, ਭਾਈ ਗੁਰੂ ਦਾ ਗਿਆਨ ਲੈ ਕੇ ਆਪਣੇ ਆਪ ਦੀ ਪੜਚੋਲ ਕਰਨੀ ਹੈ। ਜਨ ਨਾਨਕ ਬਿਨ ਆਪਾ ਚੀਨੇ, ਮਿਟੈ ਨਾ ਭਰਮ ਕੀ ਕਾਈ। ਜਿਵੇਂ ਪਾਣੀ ਦੇ ਉੱਤੇ ਜਾਲਾ ਆ ਜਾਂਦਾ, ਕਾਈ ਆ ਜਾਂਦੀ ਹੈ, ਪਾਣੀ ਥੱਲੇ ਸਾਫ਼ ਹੀ ਹੁੰਦਾ ਹੈ ਪਰ ਸਾਨੂੰ ਥੱਲੇ ਪਾਣੀ ਨਜ਼ਰ ਨਹੀਂ ਆਉਂਦਾ। ਜੇ ਉਸ ਕਾਈ ਨੂੰ ਹਟਾ ਦਿੱਤਾ ਜਾਏ, ਪਾਣੀ ਸਾਫ਼ ਨਜ਼ਰ ਆ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦੇ ਮਨ ਦੇ ਉੱਤੇ ਵਹਿਮਾਂ ਭਰਮਾਂ ਦਾ, ਅਗਿਆਨਤਾ ਦਾ ਜਾਲਾ ਪਿਆ ਹੋਇਆ ਹੈ। ਉਸ ਨੂੰ ਦੂਰ ਕਰਕੇ ਗੁਰੂ ਦੇ ਗਿਆਨ ਦੇ ਨਾਲ ਪਰਮਾਤਮਾ ਸਾਨੂੰ ਸੰਸਾਰ ਵਿੱਚ ਸਭਨਾਂ ਦੇ ਅੰਦਰ ਵਸਦਾ ਨਜ਼ਰ ਆ ਜਾਏਗਾ। ਫਿਰ ਕੋਈ ਕਿਸੇ ਦਾ ਦੁਸ਼ਮਣ ਨਹੀਂ ਰਹੇਗਾ। ਜੇ ਸਭਨਾਂ ਨੂੰ ਪਤਾ ਲੱਗ ਜਾਏ ਕਿ ਸਭਨਾਂ ਦੇ ਅੰਦਰ ਪਰਮੇਸ਼ਰ ਹੀ ਵਸਿਆ ਹੋਇਆ, ਉਸ ਤੋਂ ਇਲਾਵਾ ਕੋਈ ਦੂਜਾ ਹੈ ਹੀ ਨਹੀਂ। ਜਿਵੇਂ ਸਤਿਗੁਰੂ ਆਖਦੇ ਨੇ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਕਹਿਣ ਲੱਗੇ, ਹੇ ਭਾਈ, ਜੇ ਉਸ ਪਰਮੇਸ਼ਰ ਨੂੰ ਇਸ ਤਰ੍ਹਾਂ ਜਾਣਿਆ ਜਾਏ ਤਾਂ ਭਾਈ ਉਹਨੂੰ ਤੂੰ ਕਿਤੇ ਪਹਾੜਾਂ ਵਿੱਚ ਨਹੀਂ ਲੱਭੇਗਾ, ਸਗੋਂ ਤੈਨੂੰ ਇਸ ਖਲਕਤ ਦੇ ਵਿੱਚ, ਕਾਇਨਾਤ ਵਿੱਚ, ਆਪਣੇ ਪਿਆਰਿਆਂ ਦੇ ਵਿੱਚ ਜੇ ਉਹ ਤੇਰੇ ਨਾਲ ਵਿਚਰਦੇ ਨੇ ਉਹਨਾਂ 'ਚ ਬੈਠਿਆ ਤੈਨੂੰ ਉਹ ਨਜ਼ਰ ਆ ਸਕੇਗਾ। ਕਹਿਣ ਲੱਗੇ, ਪ੍ਰਭ ਨੇੜੈ ਹਰ ਦੂਰ ਨਾ ਜਾਣੋ, ਏਕੋ ਸ੍ਰਿਸ਼ਟ ਸਵਾਈ। ਹੇ ਭਾਈ, ਉਸ ਪਰਮੇਸ਼ਰ ਨੂੰ, ਦਾਤੇ ਨੂੰ ਕਿਤੇ ਦੂਰ ਨਾ ਸਮਝ, ਉਹ ਤੇਰੇ ਨੇੜੇ ਹੀ ਹੈ, ਉਹਨੂੰ ਨੇੜੇ ਜਾਣ। ਤੇ ਇਹ ਸਤਿਗੁਰੂ ਦਾ ਉਪਦੇਸ਼ ਅਨੇਕਾਂ ਵਾਰੀ ਗੁਰਬਾਣੀ 'ਚ ਆਉਂਦਾ ਹੈ ਕਿ ਪਰਮਾਤਮਾ ਤੇਰੇ ਨੇੜੇ ਹੈ, ਉਹਨੂੰ ਨੇੜੇ ਜਾਣ। ਕਿਉਂਕਿ ਜੇ ਮਨੁੱਖ ਉਸ ਨੂੰ ਨੇੜੇ ਸਮਝ ਲਏਗਾ ਤਾਂ ਅਵਗੁਣਾਂ ਤੋਂ, ਵਿਕਾਰਾਂ ਤੋਂ ਬਚ ਜਾਏਗਾ। ਜਦੋਂ ਮਨੁੱਖ ਇਹ ਸਮਝਦਾ ਕਿ ਉਹ ਸਤਵੇਂ ਸਥਾਨ ਤੇ ਬੈਠਿਆ ਹੋਇਆ ਹੈ, ਫਿਰ ਮਨੁੱਖ ਪਾਪਾਂ ਵਿੱਚ ਪੈ ਜਾਏਗਾ। ਸਤਿਗੁਰੂ ਆਖਦੇ ਨੇ, ਉਹ ਤੇਰੇ ਨੇੜੇ ਹੈ। 52 ਬਚਨ ਸਤਿਗੁਰੂ ਜੀ ਦਾ
ਕਹਿਣ ਲੱਗੇ ਨਿਕਟ ਬੁਝੈ ਸੋ ਬੁਰਾ ਕਿਉਂ ਕਰੇ। ਜਿਸਨੇ ਨੇੜੇ ਜਾਣ ਲਿਆ ਉਹ ਮਨੁੱਖ ਬੁਰਾ ਕਰਮ ਕਰ ਹੀ ਨਹੀਂ ਸਕਦਾ। ਬੁਰਾ ਕਰਮ ਕਰਦਾ ਹੀ ਉਹ ਹੈ ਜਿਸਨੇ ਇਹ ਜਾਣ ਲਿਆ ਕਿ ਉਹ ਬੜਾ ਦੂਰ ਮੈਨੂੰ ਦੇਖਦਾ ਨਹੀਂ ਹੈ। ਕਹਿਣ ਲੱਗੇ ਪ੍ਰਭੂ ਨੇੜੇ ਹਰ ਦੂਰ ਨਾ ਜਾਣੋ, ਏਕੋ ਸ੍ਰਿਸ਼ਟ ਸਬਾਈ। ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਉਸ ਪਰਮੇਸ਼ਰ ਦੀ ਹੀ ਜੋਤ ਮੌਜੂਦ ਹੈ। ਸੰਸਾਰ ਦੇ ਅੰਦਰ ਉਹੀ ਸਮਾਇਆ ਹੋਇਆ ਹੈ ਭਾਈ। ਉਸ ਨੂੰ ਸਦਾ ਆਪਣੇ ਨੇੜੇ ਜਾਣ, ਅੰਗ ਸੰਗ ਸਮਝ। ਏਕ ਓੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਹੈ ਭਾਈ ਉਹ ਸਰਬ ਵਿਆਪਕ ਪਰਮੇਸ਼ਰ ਇਸ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕ ਰਸ ਵਿਆਪਕ ਹੈ। ਉਸ ਤੋਂ ਇਲਾਵਾ ਕੋਈ ਹੋਰ ਦੂਜਾ ਐਸਾ ਸਮਰੱਥਾ ਵਾਲਾ ਨਹੀਂ ਹੈ। ਹੈ ਭਾਈ हे ਨਾਨਕ ਆਖ ਉਹ ਪਰਮੇਸ਼ਰ ਹੀ ਸਾਰੀ ਸ੍ਰਿਸ਼ਟੀ ਵਿੱਚ ਇੱਕ ਰਸ ਵਿਆਪਕ ਹੈ, ਸਮਾਇਆ ਹੋਇਆ ਹੈ। ਉਸ ਤੋਂ ਇਲਾਵਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ। ਇਸ ਕਰਕੇ ਇੱਕ ਨਿਰੰਕਾਰ ਦੀ ਬੰਦਗੀ ਕਰ, ਮੂਰਤੀਆਂ ਛੱਡ ਕੇ, ਪਖੰਡ ਛੱਡ ਕੇ, ਕਰਮਕਾਂਡ ਤਿਆਗ ਕੇ ਪਰਮਾਤਮਾ ਦੀ ਸਿਫਤ ਸਲਾਹ ਕਰ, ਅੰਦਰੋਂ ਬਾਹਰੋਂ ਇੱਕ ਹੋ ਤਾਂ ਜੋ ਸੱਚਿਆਰ ਜੀਵਨ ਜੀਉਣ ਦੇ ਰਾਹ ਤੇ ਤੂੰ ਤੁਰ ਸਕੇ। ਸੋ ਮੁੱਖ ਤੌਰ ਦੇ ਉੱਤੇ ਜਿਹੜਾ ਪ੍ਰਚਾਰਿਆ ਗਿਆ ਸ਼ੁਰੂ ਤੋਂ ਹੀ ਅਸੀਂ ਦੇਖਦੇ ਹਾਂ ਕਿ ਸੱਤਵੇਂ ਅਸਮਾਨ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਰੱਬ ਨੂੰ ਹਮੇਸ਼ਾ ਹੀ ਦੂਰ ਦੱਸਿਆ ਗਿਆ ਜੀ। ਤੇ ਇਹ ਜਿਹੜਾ ਇਹ ਗਰੁੱਪ ਹੈਗਾ ਸੀ ਜਿਹਨੂੰ ਅਸੀਂ ਕਹਿ ਰਹੇ ਜਿਹੜਾ ਕਿ ਕੰਟਰੋਲ ਕਰਨਾ ਚਾਹੁੰਦਾ ਸੀ ਲੋਕਾਂ ਤੇ, ਉਹਨਾਂ ਵੱਲੋਂ ਇਹ ਪ੍ਰਚਾਰਿਆ ਗਿਆ ਕਿ ਜੇਕਰ ਲੋਕ ਰੱਬ ਨੂੰ ਨਿਕਟ ਸਮਝਣਗੇ ਤੇ ਇੱਕ ਦੂਸਰੇ ਨਾਲ ਵੈਰ ਵਿਰੋਧ ਖਤਮ ਹੋ ਜਾਏਗਾ ਤੇ ਉਹਨਾਂ ਦੀ ਜਿਹੜੀ ਪਕੜ ਹੈ ਉਹ ਘਟ ਜਾਏਗੀ ਜੀ। ਪਰ ਇਹੀ ਚੀਜ਼ ਅੱਜ ਵੀ ਸੱਤਵੇਂ ਅਸਮਾਨ ਦਾ ਜਿਹੜਾ ਅਸੀਂ ਜ਼ਿਕਰ ਕਰ ਰਹੇ ਹਾਂ ਰੱਬ ਨੂੰ ਅਜੇ ਵੀ ਦੂਰ ਹੀ ਦਰਸਾਇਆ ਜਾਂਦਾ ਹੈ। ਸੋ ਲੋਕਾਂ ਨੂੰ ਸਾਨੂੰ ਜ਼ਰੂਰ ਇਹ ਸਮਝ ਆਉਣੀ ਚਾਹੀਦੀ ਹੈ ਕਿ ਰੱਬ ਸਾਡੇ ਅੰਦਰ ਹੈ ਤੇ ਜਦੋਂ ਰੱਬ ਅੰਦਰ ਹੈ ਤੇ ਹਰ ਇੱਕ ਵਿੱਚ ਹੈ, ਅਸੀਂ ਕਿਸੇ ਦਾ ਮਾੜਾ ਨਹੀਂ ਕਰਾਂਗੇ, ਕਿਸੇ ਦੇ ਨਾਲ ਉਹਦੀ ਐਕਸਪਲੋਇਟੇਸ਼ਨ ਨਹੀਂ ਕਰਾਂਗੇ, ਕਿਸੇ ਦਾ ਬੁਰਾ ਨਹੀਂ ਕਰਾਂਗੇ। ਹਾਂਜੀ ਬਿਲਕੁਲ ਜੀ। ਅੱਗੇ 6ਵੀਂ ਪੌੜੀ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਇਸ ਕਰਤੇ ਕੋ ਕਿਉਂ ਗਹਿ ਰਾਖੋ, ਅਫਰਿਓ ਤੁਲਿਓ ਨਾ ਜਾਈ। ਜੀ। ਕਹਿਣ ਲੱਗੇ ਹੇ ਭਾਈ, ਹੇ ਪਾਂਡੇ, ਉਂਝ ਤਾਂ ਉਹ ਕਰਤਾਰ ਹਰੇਕ ਦੇ ਅੰਦਰ ਵਸਿਆ ਹੋਇਆ ਹੈ ਜੀ, ਪਰ ਹਉਮੈ ਆਦਿਕ ਦੇ ਵਿੱਚ ਜਦੋਂ ਤੱਕ ਮਨੁੱਖ ਫਸਿਆ ਹੋਇਆ ਹੈ ਉਦੋਂ ਤੱਕ ਉਸ ਕਰਤਾ ਪੁਰਖ ਪਰਮੇਸ਼ਰ ਨੂੰ ਆਪਣੇ ਅੰਦਰ ਕਿਵੇਂ ਵਸਾਏਗਾ। ਇਸ ਕਰਤੇ ਕੋ ਕਿਉਂ ਗਹਿ ਰਾਖੋ, ਮੈਂ ਉਸ ਪਰਮੇਸ਼ਰ ਨੂੰ ਆਪਣੇ ਅੰਦਰ ਕਿਵੇਂ ਸਮਾਵਾਂ, ਕਿਵੇਂ ਫੜਾਂ। ਅਫਰਿਓ ਤੁਲਿਓ ਨਾ ਜਾਈ, ਉਹ ਪਰਮੇਸ਼ਰ ਤਾਂ ਬੜਾ ਬੇਅੰਤ ਹੈ, ਉਹਨੂੰ ਫੜਿਆ ਨਹੀਂ ਜਾ ਸਕਦਾ, ਉਹਨੂੰ ਵਸ ਵਿੱਚ ਨਹੀਂ ਕੀਤਾ ਜਾ ਸਕਦਾ। ਤੁਲਿਓ ਨਾ ਜਾਈ, ਕੋਈ ਉਸ ਦਾ ਅੰਦਾਜ਼ਾ ਨਹੀਂ ਲਾ ਸਕਦਾ। ਉਹ ਕਿੰਨਾ ਵੱਡਾ, ਉਹਦੀ ਵਡਿਆਈ ਕਿੰਨੀ ਹੈ, ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਹਉਮੈ ਆਦਿਕ ਦੇ ਅਧੀਨ ਰਹਿਆਂ ਉਸ ਪਰਮੇਸ਼ਰ ਨੂੰ ਜੋ ਮੇਰੇ ਅੰਦਰ ਹੀ ਵਸਿਆ ਹੋਇਆ ਹੈ, ਮੈਂ ਉਹਨੂੰ ਜਾਣ ਨਹੀਂ ਸਕਦਾ, ਉਹਦੇ ਨਾਲ ਡੂੰਗੀ ਸਾਂਝ ਨਹੀਂ ਬਣ ਸਕਦੀ। ਇਹ ਭਗਤ ਰਵਿਦਾਸ ਜੀ ਦਾ ਵਚਨ ਹੈ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਮਨੁੱਖ ਦੇ ਅੰਦਰ ਹਉਮੈ ਹੈ ਪਰਮਾਤਮਾ ਨਜ਼ਰ ਨਹੀਂ ਆਉਂਦਾ, ਜਦੋਂ ਪਰਮੇਸ਼ਰ ਹੈ ਉਦੋਂ ਹਉਮੈ ਨਜ਼ਰ ਨਹੀਂ ਆ ਸਕਦੀ। ਕਹਿਣ ਲੱਗੇ ਉਹ ਪਰਮੇਸ਼ਰ ਵਸਿਆ ਅੰਦਰ ਹੀ ਹੈ ਪਰ ਹਉਮੈ ਆਦਿਕ ਦੇ ਕਰਕੇ ਮਨੁੱਖ ਉਸ ਨੂੰ ਨੇੜੇ ਨਹੀਂ ਜਾਣਦਾ, ਉਹਨੂੰ ਪਛਾਣਦਾ ਵੀ ਨਹੀਂ ਕਿ ਉਹ ਮੇਰੇ ਨੇੜੇ ਹੈ। ਏਕਾ ਸੇਜ ਵਿਛੀ ਧਨ ਕੰਤਾ, ਧਨ ਸੂਤੀ ਫਿਰ ਸਤ ਜਾਗੰਤਾ, ਪੀਓ ਮਧੁਰੋ ਧਨ ਮਤਵੰਤਾ, ਧਨ ਬੋਲੇ ਜੇ ਫਿਰ ਜਾਗੰਤਾ। ਕਹਿਣ ਲੱਗੇ ਜੇ ਜੀਵ ਇਸਤਰੀ ਮਾਇਆ ਦੇ ਨਸ਼ੇ ਤਿਆਗ ਕੇ ਅਵਗੁਣਾਂ ਨੂੰ ਛੱਡ ਕੇ ਉਸ ਪਰਮੇਸ਼ਰ ਨੂੰ ਆਪਣੇ ਨੇੜੇ ਜਾਣ ਦਾ ਦੇਖ ਲਏ ਤਾਂ ਪਰਮੇਸ਼ਰ ਦੇ ਨਾਲ ਡੂੰਘਾ ਪਿਆਰ ਬਣ ਜਾਏਗਾ, ਭਟਕਣਾ ਮੁੱਕ ਜਾਏਗੀ। ਕਹਿਣ ਲੱਗੇ ਹੇ ਭਾਈ, ਉਸ ਪਰਮੇਸ਼ਰ ਨੂੰ ਸਦਾ ਆਪਣੇ ਨੇੜੇ ਜਾਣ ਤੇ ਉਸ ਨੂੰ ਕਿਵੇਂ ਮਾਇਆ ਦੇ ਅਧੀਨ ਰਿਹਾ, ਵਿਕਾਰਾਂ ਦੇ ਅਧੀਨ ਰਿਹਾ, ਵਸ ਕੀਤਾ ਜਾ ਸਕਦਾ, ਨਹੀਂ ਕੀਤਾ ਜਾ ਸਕਦਾ। ਕਹਿੰਦੇ ਮਾਇਆ ਕੇ ਦੇਵਾਨੇ ਪ੍ਰਾਨੀ, ਝੂਠ ਠਗੋਰੀ ਪਾਈ। ਜਿਨ੍ਹਾਂ ਮਨੁੱਖਾਂ ਨੂੰ ਦੀਵਾਨੇ ਦਾ ਭਾਵ ਹੈ ਮਤ ਵਾਲੇ, ਮਾਇਆ ਦੇ ਵਿੱਚ ਮਸਤ ਹੋਏ ਪਏ, ਜੋ ਮਨੁੱਖ ਮਾਇਆ ਵਿੱਚ ਵਿਕਾਰਾਂ ਦੇ ਵਿੱਚ ਮਸਤ ਹੋਏ ਪਏ ਨੇ, ਇੰਜ ਜਾਣੋ ਉਹਨਾਂ ਨੂੰ ਝੂਠ ਦੀ ਠੱਗ ਬੂਟੀ ਨੇ, ਜਾਦੂ ਨੇ ਠੱਗਿਆ ਹੋਇਆ ਹੈ। ਹੇ ਭਾਈ, ਇਸ ਤਰ੍ਹਾਂ ਉਸ ਪਰਮੇਸ਼ਰ ਦਾ ਪਿਆਰ ਪਾਉਣ ਤੋਂ ਅਸਮਰੱਥ ਨੇ। ਪਰਮਾਤਮਾ ਨੇੜੇ ਵਸਦਾ ਦੇਖ ਕੇ ਵੀ, ਜਾਣ ਕੇ ਵੀ ਉਹਨੂੰ ਸਮਝ ਨਹੀਂ ਸਕਦੇ, ਉਹਨੂੰ ਉਹਦਾ ਪਿਆਰ ਪ੍ਰਾਪਤ ਨਹੀਂ ਕਰ ਪਾ ਰਹੇ, ਕਿਉਂਕਿ ਮਾਇਆ ਦਾ ਵਿਸ਼ੇ ਵਿਕਾਰਾਂ ਦਾ, ਹਉਮੈ ਦਾ ਮਨੁੱਖ ਤੇ ਪ੍ਰਭਾਵ ਹੈ। ਕਹਿਣ ਲੱਗੇ ਲਬ ਲੋਭ ਮੁਹਤਾਜ ਵਿਗੂਤੇ, ਅਬ ਤਬ ਫਿਰ ਪਛਤਾਈ। ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਜਾਣਿਆ, ਨਹੀਂ ਸਮਝਿਆ, ਜੀਵ ਦੇ ਚਸਕਿਆਂ ਵਿੱਚ, ਲੋਭ ਲਾਲਚ ਵਿੱਚ, ਦੁਨੀਆ ਦੀ ਮੁਤਾਜੀ ਵਿੱਚ ਫਸੇ ਹੋਏ ਸਦਾ ਖੁਆਰ ਹੁੰਦੇ ਨੇ। ਅਬ ਇਬ ਤਬ ਫਿਰ ਪਛਤਾਈ, ਸਦਾ ਉਹ ਵਿਚਾਰੇ ਪਛਤਾਵੇ ਵਿੱਚ, ਹਾਹੂਕੇ ਦੇ ਵਿੱਚ ਉਹਨਾਂ ਜੀਵਨ ਵਿਚਰਦਾ ਹੈ ਤੇ ਸਦਾ ਖੁਆਰ ਹੁੰਦੇ ਨੇ। ਜੇ ਏਕ ਸਰੇਵੈ ਤਾਂ ਗਤਮਿਤ ਭਾਵੈ, ਆਵਣ ਜਾਣ ਰਹਾਈ। ਜੇ ਮਨੁੱਖ ਮੈਂ ਮੇਰੀ ਦੂਰ ਕਰਕੇ, ਦੁਐਤ ਭਾਵ ਨੂੰ ਤਿਆਗ ਕੇ, ਹਉਮੈ ਅਹੰਕਾਰ ਨੂੰ ਦੂਰ ਕਰਕੇ ਸਦਾ ਰਹਿਣ ਵਾਲੇ ਇੱਕ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰੇ,
ਜੀ ਪਰਮੇਸ਼ਰ ਨੂੰ ਜਾਣ ਲਏ, ਪਰਮਾਤਮਾ ਦੇ ਗੁਣਾਂ ਨੂੰ ਮਨ ਵਿੱਚ ਵਸਾ ਲਏ, ਤਾਂ ਹੈ ਭਾਈ ਉਹ ਮਨੁੱਖ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਸਕਦਾ ਹੈ। ਪ੍ਰਭੂ ਦੀ ਵਡਿਆਈ ਕਰਕੇ ਉਹ ਮਨੁੱਖ ਸਦਾ ਸੱਚਾ ਜੀਵਨ ਜੀ ਸਕਦਾ ਹੈ। ਤੇ ਹੈ ਭਾਈ ਉਸ ਮਨੁੱਖ ਦਾ ਜਨਮ ਮਰਨ ਦਾ ਜੋ ਸਾਰੀ ਉਮਰ ਦਾ ਕਲੇਸ਼ ਹੈ, ਦੁੱਖ ਹੈ, ਉਹ ਮਿਟ ਸਕਦਾ ਹੈ ਜੇ ਇੱਕ ਨਿਰੰਕਾਰ ਪਰਮੇਸ਼ਰ ਦੀ ਬੰਦਗੀ ਕਰੇ, ਆਪਣੇ ਹਿਰਦੇ ਵਿੱਚੋਂ ਵਿਕਾਰਾਂ ਨੂੰ, ਅਵਗੁਣਾਂ ਨੂੰ ਦੂਰ ਕਰ ਲਏ। ਅੱਗੇ ਸਤਿਗੁਰੂ ਕਿਰਪਾ ਕਰਦੇ ਨੇ 7ਵੀਂ ਪੌੜੀ ਵਿੱਚ, ਏਕ ਆਚਾਰ ਰੰਗ ਇੱਕ ਰੂਪ, ਪਵਨ ਪਾਣੀ ਅਗਨੀ ਅਸਰੂਪ। ਇੱਕ ਦਾ ਭਾਵ ਇੱਕ ਪਰਮੇਸ਼ਰ, ਆਚਾਰ ਦਾ ਭਾਵ ਸਾਰੇ ਸੰਸਾਰ ਦੀ ਕਾਰ ਵਿਹਾਰ ਕਰਨ ਵਾਲਾ। ਜੀ हे ਭਾਈ ਇੱਕ ਪਰਮੇਸ਼ਰ ਜੋ ਸਦਾ ਸਾਰੇ ਸੰਸਾਰ ਵਿੱਚ ਇੱਕ ਰਸ ਵਿਆਪਕ ਹੈ, ਜਿਸ ਦੇ ਕਰਕੇ हे ਭਾਈ ਇਹ ਸੰਸਾਰ ਦੀ ਸਾਰੀ ਕਾਰ ਵਿਹਾਰ ਚੱਲ ਰਹੀ ਹੈ, ਸੰਸਾਰ ਦੀ ਕਾਇਨਾਤ ਚੱਲ ਰਹੀ ਹੈ। ਕਹਿੰਦੇ ਕਿ ਉਹ ਪਰਮੇਸ਼ਰ ਆਪ ਅਨੇਕਾਂ ਰੰਗਾਂ ਦੇ ਵਿੱਚ, ਇਸ ਸੰਸਾਰ ਵਿੱਚ ਅਨੇਕਾਂ ਰੂਪਾਂ ਦੇ ਵਿੱਚ ਉਹ ਆਪ ਹੀ ਸਮਾਇਆ ਹੋਇਆ ਹੈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਜਿਸ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਰਚਾਈ ਹੋਈ ਹੈ, ਇਸ ਸੰਸਾਰ ਦੀ ਸਾਰੀ ਕਾਰ ਵਿਹਾਰ ਉਸ ਪਰਮੇਸ਼ਰ ਦੇ ਆਪ ਤੋਂ ਬਣੀ ਹੋਈ ਹੈ, ਚੱਲ ਰਹੀ ਹੈ। ਤੇ ਉਹ ਪਰਮੇਸ਼ਰ ਆਪ ਹੀ ਇਸ ਦੇ ਵਿੱਚ ਅਨੇਕਾਂ ਰੂਪਾਂ ਰੰਗਾਂ ਦੇ ਵਿੱਚ ਸਮਾਇਆ ਹੋਇਆ ਹੈ। हे ਭਾਈ ਪੌਣ ਪਾਣੀ ਅਗਨੀ ਅਸਰੂਪ। हे ਪਾਂਡੇ ਇਹ ਅਗ, ਹਵਾ, ਪਾਣੀ ਸਭ ਕੁਝ ਉਸ ਪਰਮੇਸ਼ਰ ਦਾ ਆਪਣਾ ਹੀ ਤਾਂ ਰੂਪ ਹੈ। ਇਹ ਸਭ ਕੁਝ ਉਸ ਪਰਮੇਸ਼ਰ ਦੇ ਕਰਕੇ ਹੀ ਤਾਂ ਹੈ। ਏਕੋ ਭਵਰ ਭਵੈ ਤਿਹੁ ਲੋਏ। ਕਹਿਣ ਲੱਗੇ ਸਾਰੇ ਸੰਸਾਰ ਵਿੱਚ ਤਿੰਨੇ ਭਵਨਾਂ ਦੇ ਵਿੱਚ ਇੱਕ ਪਰਮਾਤਮਾ ਦੀ ਹੀ ਜੋਤ ਰੁਮਕ ਰਹੀ ਹੈ। ਸਾਰੇ ਸੰਸਾਰ ਵਿੱਚ ਉਹ ਪਰਮੇਸ਼ਰ ਹੀ ਬੈਠਿਆ ਹੋਇਆ ਹੈ। ਏਕੋ ਬੁਝੈ ਸੂਝੈ ਪਤ ਹੋਏ। ਜੇ ਕੋਈ ਮਨੁੱਖ ਉਸ ਪਰਮੇਸ਼ਰ ਨੂੰ ਜਾਣ ਲਏ, ਉਸ ਪਰਮੇਸ਼ਰ ਨੂੰ ਸਮਝ ਲਏ, ਤਾਂ ਹੈ ਭਾਈ ਉਹ ਮਨੁੱਖ ਆਦਰ ਦਾ ਹੱਕਦਾਰ ਬਣਦਾ ਹੈ, ਸਤਿਕਾਰ ਪ੍ਰਾਪਤ ਕਰਦਾ ਹੈ। ਗਿਆਨ ਧਿਆਨ ਲੈ ਸਮਸਰ ਰਹਿ। ਗੁਰੂ ਤੋਂ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਲੈ ਕੇ, ਪਰਮਾਤਮਾ ਵਿੱਚ ਸੁਰਤ ਜੋੜ ਕੇ ਇੰਜ ਜਾਣ, ਉਹ ਮਨੁੱਖ ਸਾਵਾਂ ਪਦਰਾ ਅਡੋਲ ਜੀਵਨ ਜਿਉਂਦਾ ਹੈ। ਵਿਕਾਰਾਂ ਵਿੱਚ ਨਾ ਮਰਦਾ ਹੈ, ਨਾ ਅਵਗੁਣਾਂ ਵਿੱਚ ਖਪਦਾ ਹੈ। ਉਹ ਸਦਾ ਇੱਕ ਸਰ ਸਮਾਨ ਸਮਰੂਪਤਾ ਵਾਲਾ ਜੀਵਨ ਜਿਉਂਦਾ ਹੈ। ਗੁਰਮੁਖ ਏਕ ਵਿਰਲਾ ਕੋਲ ਹੈ। ਪਰ ਇਹ ਭਾਈ ਇਸ ਗੱਲ ਨੂੰ ਗੁਰੂ ਦੀ ਸ਼ਰਨ ਵਿੱਚ ਪੈ ਕੇ ਕੋਈ ਵਿਰਲਾ ਮਨੁੱਖ ਜਾਣਦਾ ਹੈ, ਪਰਮਾਤਮਾ ਦੇ ਨਾਮ ਦੇ ਨਾਲ ਡੂੰਘੀ ਸਾਂਝ ਬਣਾਉਂਦਾ ਹੈ। ਜਿਸਨੂੰ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰ ਆਖ ਸੁਣਾਏ। ਭਾਈ ਜਿਸਨੂੰ ਮਾਲਕ ਆਪ ਕਿਰਪਾ ਕਰਕੇ ਇਹ ਸੁਖ ਦਿੰਦਾ, ਪਰਮਾਤਮਾ ਦੇ ਨਾਮ ਦੇ ਨਾਲ ਜੋੜਦਾ ਹੈ, ਗੁਰੂ ਦੀ ਸ਼ਰਨ ਵਿੱਚ ਆ ਕੇ ਉਹ ਮਨੁੱਖ ਸਦਾ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ, ਦੂਜਿਆਂ ਨੂੰ ਸੁਣਾਉਂਦਾ ਹੈ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਤੁਹਾਡਾ ਬਹੁਤ ਧੰਨਵਾਦ ਜੀ। ਗੁਰੂ ਸਾਹਿਬ ਸਪਸ਼ਟ ਤੌਰ ਉੱਤੇ ਇਸ ਚੀਜ਼ ਤੇ ਹੀ ਫੋਕਸ ਕਰਦੇ ਨੇ। ਸਾਰੀ ਬਾਣੀ ਸਾਨੂੰ ਇਹੀ ਉਪਦੇਸ਼ ਕਰਦੀ ਹੈਗੀ ਕਿ ਕਿਸ ਤਰ੍ਹਾਂ ਅਸੀਂ ਉਸ ਪਰਮਾਤਮਾ ਨੂੰ ਸਮਝ ਸਕੀਏ। ਅੱਜ ਜਿਹੜੇ ਅਸੀਂ ਮਨ ਦੇ ਵਿੱਚ ਜਾਂ ਜਿਹੜੀ ਸੋਚ ਸਾਡੇ ਤੇ ਹਾਵੀ ਹੋ ਰਹੀ ਹੈ ਕਿ ਪਰਮਾਤਮਾ ਸਾਡੇ ਤੋਂ ਦੂਰ ਹੈ, ਉਹ ਨਿਰੰਤਰ ਇਸ ਚੀਜ਼ ਉੱਤੇ ਫੋਕਸ ਸਾਨੂੰ ਕਰਨਾ ਪਏਗਾ ਕਿ ਰੱਬ ਸਾਡੇ ਅੰਦਰ ਹੀ ਹੈ ਤੇ ਅਸੀਂ ਹਰ ਕਿਸੇ ਵਿੱਚ ਹੀ ਰੱਬ ਵੇਖੀਏ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604 603 7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingh@gmail.com। ਯਾਨੀ ਸ਼ਰਨਜੀਤ ਸਿੰਘ ਨੂੰ ਤੁਸੀਂ ਮਿਲਣਾ ਹੋਏ ਤਾਂ ਡਾਇਰੈਕਟਲੀ ਤੁਸੀਂ ਇਹਨਾਂ ਨੂੰ ਗੁਰਦੁਆਰਾ ਸਾਹਿਬ ਬਰੁਕਸਾਈਡ ਜੋ ਕਿ 140 ਅਤੇ 84 ਦੇ ਕਾਰਨਰ ਤੇ ਉੱਥੇ ਵੀ ਤੁਸੀਂ ਜਾ ਕੇ ਮਿਲ ਸਕਦੇ ਹੋ। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।